ਪਿਆਰੇ ਦੋਸਤੋ, ਕੁਝ ਦਿਨ ਪਹਿਲਾਂ ਮੈਂ ਇੱਕ ਪੋਸਟ ਪਾਈ ਸੀ ਕਿ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੀ ਕਿਉਂ ਬੱਲੇ ਬੱਲੇ, ਸਰਕਾਰੀ ਸੰਸਥਾਵਾਂ ਕਿਉਂ ਥੱਲੇ ਥੱਲੇ। ਇਸ ਸੰਬੰਧੀ ਮੈਂ ਇੱਕ ਗੱਲ ਕੀਤੀ ਸੀ ਕਿ ਸਰਕਾਰ ਨੇ ਲਗਾਤਾਰ ਗ੍ਰਾਂਟਾਂ ਘਟਾਈਆਂ ਨੇ। ਸਿੱਟੇ ਵਜੋਂ ਜਿਹੜੀਆਂ ਸਰਕਾਰੀ ਸੰਸਥਾਵਾਂ ਉਹਨਾਂ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਅਤੇ ਉਹਨਾਂ ਨੂੰ ਆਪਣਾ ਪ੍ਰਬੰਧ ਆਪ ਕਰਨ ਲਈ ਆਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਗੱਲ ਹੋਰ ਆਖੀ ਜਾਂਦੀ ਹੈਗੀ ਆ ਕਿ ਦੇਖੋ, ਪ੍ਰਾਈਵੇਟ ਸੰਸਥਾਵਾਂ ਤਾਂ ਵੱਧ ਫੁੱਲ ਰਹੀਆਂ ਨੇ, ਸਰਕਾਰੀ ਸੰਸਥਾਵਾਂ ਕਿਉਂ ਨਹੀਂ ਵੱਧ ਫੁੱਲ ਰਹੀਆਂ। ਇਸ ਵਿਸ਼ੇ 'ਤੇ ਮੈਂ ਵਿਚਾਰ ਪ੍ਰਗਟ ਕੀਤੇ ਸੀ ਕਿ 4 ਮੁੱਖ ਗੱਲਾਂ ਨੇ। ਉਹਨਾਂ ਵਿੱਚੋਂ ਮੈਂ ਇੱਕ ਗੱਲ ਕਹੀ ਸੀ ਕਿ ਸਰਕਾਰੀ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਦੇ ਵਿੱਚ ਜਿਹੜੀ ਤਨਖਾਹ ਹੈ ਉਸ ਦੇ ਮੁਕਾਬਲੇ ਪ੍ਰਾਈਵੇਟ ਜਿਹੜੀਆਂ ਸੰਸਥਾਵਾਂ ਨੇ ਉਹ ਘੱਟ ਤਨਖਾਹ ਦਿੰਦੀਆਂ ਨੇ। ਦੂਸਰੀ ਜਿਹੜੀ ਮੈਂ ਗੱਲ ਆਖੀ ਸੀ ਇਹ ਕਿ ਸਰਕਾਰੀ ਸੰਸਥਾਵਾਂ ਦੇ ਮੁਕਾਬਲੇ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਉਹ ਵਧੇਰੇ ਫੀਸ ਲੈਂਦੀਆਂ ਨੇ, ਜਾਂ ਇਹ ਕਹਿ ਲਵੋ ਕਿ ਉਹ ਫੀਸ ਮੁਆਫ ਨਹੀਂ ਕਰਦੀਆਂ ਗਈਆਂ ਅਤੇ ਹੋਰ ਸਿੱਧੇ ਟੇਢੇ ਢੰਗ ਨਾਲ ਜੁਰਮਾਨੇ ਵਗੈਰਾ ਉਲਟਾ ਵਸੂਲ ਕਰਦੀਆਂ ਨੇ। ਹੋਸਟਲ ਦੇ ਨਾਂ 'ਤੇ, ਟਰਾਂਸਪੋਰਟ ਦੇ ਨਾਂ 'ਤੇ ਵਧੇਰੇ ਪੈਸੇ ਵਿਦਿਆਰਥੀਆਂ ਤੋਂ ਲੈਂਦੀਆਂ ਨੇ। ਤੀਜੀ ਗੱਲ ਮੈਂ ਇਹ ਕਹੀ ਸੀ ਕਿ ਜਿਹੜੀਆਂ ਸਰਕਾਰੀ ਸੰਸਥਾਵਾਂ ਉਹ ਬਹੁਤ ਸਾਰੇ ਅਜਿਹੇ ਕੋਰਸ ਚਲਾਉਂਦੀਆਂ ਨੇ ਕਿ ਜਿਹੜੀਆਂ ਉਹ ਸਮਾਜਿਕ ਜ਼ਿੰਮੇਵਾਰੀ ਸਮਝ ਕੇ ਚਲਾਉਂਦੀਆਂ, ਜਿਵੇਂ ਸੰਸਕ੍ਰਿਤ ਹੋਈ, ਫਾਰਸੀ ਹੋਈ, ਸਮਾਜ ਵਿਗਿਆਨ ਹੋਇਆ। ਉਹ ਇਸ ਕਰਕੇ ਪੜ੍ਹਾਉਂਦੀਆਂ ਨੇ ਕਿ ਇਹਦੇ ਨਾਲ ਚੰਗੇ ਨਾਗਰਿਕ ਪੈਦਾ ਕੀਤੇ ਜਾਣ। ਅਜਿਹੇ ਵਿਦਵਾਨਾਂ ਦੀ ਵੀ ਸਮਾਜ ਨੂੰ ਲੰਮੇ ਸਮੇਂ ਦੇ ਵਿੱਚ ਲੋੜ ਹੁੰਦੀ। ਜਦੋਂ ਕਿ ਪ੍ਰਾਈਵੇਟ ਸੰਸਥਾਵਾਂ ਉਹੀ ਕੋਰਸ ਚਲਾਉਂਦੀਆਂ ਕਿ ਜਿਨ੍ਹਾਂ ਦੀ ਤੁਰੰਤ ਸੁਸਾਇਟੀ ਦੇ ਵਿੱਚ ਡਿਮਾਂਡ ਹੁੰਦੀ ਆ, ਜਿਹਦੇ ਤੋਂ ਤੁਰੰਤ ਪੈਸਾ ਕਮਾਇਆ ਜਾ ਸਕਦਾ। ਉਦਾਹਰਨ ਵਜੋਂ ਜਿਵੇਂ ਬੀਐਡ ਜਾਂ ਜਿਵੇਂ ਇੰਜੀਨੀਅਰਿੰਗ ਕਾਲਜ ਖੁੱਲ੍ਹੇ ਸੀ। ਅਤੇ ਜਿਹੜੀ ਮੈਂ ਆਖਰ ਦੇ ਵਿੱਚ ਗੱਲ ਕੀਤੀ ਸੀ ਉਹ ਇਹ ਗੱਲ ਕੀਤੀ ਸੀ ਕਿ ਇਹ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਨੇ ਉਹ ਮਾਲ ਪ੍ਰੈਕਟਿਸ ਵੀ ਕਰਦੀਆਂ। ਉਹ ਚਾਹੇ ਬੈਕ ਡੇਟ ਦੇ ਵਿੱਚ ਵਿਦਿਆਰਥੀਆਂ ਦਾ ਦਾਖਲਾ ਕਰਨਾ ਹੋਵੇ, ਚਾਹੇ ਉਹ ਵਧੇਰੇ ਅਸੈਸਮੈਂਟ ਦੇ ਨੰਬਰ ਲਾਉਣੇ ਹੋਣ, ਚਾਹੇ ਉਹ ਨਕਲ ਮਰਵਾਉਣੀ ਹੋਵੇ, ਚਾਹੇ ਇਹ ਕਿ ਜਦੋਂ ਕੋਈ ਸੰਸਥਾ ਉਹਨਾਂ ਦਾ ਚੈੱਕ ਕਰਨ ਆਉਂਦੀ ਆ ਅਤੇ ਉਦੋਂ ਉਹ ਕਾਗਜ਼ਾਂ ਦਾ ਢਿੱਡ ਭਰ ਲੈਂਦੇ ਨੇ। ਇਹ ਮਾਲ ਪ੍ਰੈਕਟਿਸ ਕਰਦੇ ਨੇ ਕਿਉਂਕਿ ਅਜਿਹੀਆਂ ਸੰਸਥਾਵਾਂ ਦਾ ਜਿਹੜਾ ਮੁੱਖ ਕੰਮ ਆ ਉਹ ਮੁਨਾਫਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣੀ, ਜਾਂ ਮੁੱਖ ਜਿਹੜਾ ਉਹਨਾਂ ਦਾ ਕੰਮ ਆ ਚੰਗੇ ਨਾਗਰਿਕ ਪੈਦਾ ਕਰਨਾ ਜਾਂ ਸਮਾਜ ਲਈ ਲੰਮੇ ਸਮੇਂ ਲਈ ਸੋਚਣਾ। ਮੈਂ ਇਹ ਗੱਲ ਸਾਂਝੀ ਕੀਤੀ ਸੀ। ਇਸ ਦੇ ਉੱਪਰ ਬਹੁਤ ਸਾਰੇ ਜਿਹੜੇ YouTube ਦੇਖਣ ਵਾਲੇ ਮੇਰੇ ਦੋਸਤ ਮਿੱਤਰ ਨੇ, ਜ਼ਿਆਦਾਤਰ ਉਹ ਕਿ ਜਿਹੜੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਨ ਨਾਲ ਜੁੜੇ ਹੋਏ ਆ ਜਾਂ ਮਾਲਕ ਨੇ, ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਅਤੇ ਉਹਨਾਂ ਨੇ ਕੁਝ ਮੇਰੇ ਤੋਂ ਉਲਟਾ ਪ੍ਰਸ਼ਨ ਪੁੱਛੇ ਨੇ। ਬਿਨਾਂ ਸ਼ੱਕ ਇੱਕ ਉਹਨਾਂ ਨੇ ਗੱਲ ਕਹੀ ਕਿ ਅਸੀਂ ਜਿਹੜੇ ਸਰਕਾਰੀ ਨੌਕਰੀ ਵਾਲੇ ਹਾਂ ਉਹ ਚੰਗੀ ਕਿਸਮਤ ਵਾਲੇ ਹਾਂ। ਹਾਂਜੀ, ਬਿਲਕੁਲ ਅਸੀਂ ਚੰਗੀ ਕਿਸਮਤ ਵਾਲੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਚੰਗੀ ਕਿਸਮਤ ਵਾਲੇ ਹੋਣ ਅਤੇ ਕਿਸੇ ਨੂੰ ਮਾੜੀ ਕਿਸਮਤ ਹੋਣ ਕਾਰਨ ਘੱਟ ਤਨਖਾਹ 'ਤੇ ਆਪਣਾ ਸ਼ੋਸ਼ਣ ਨਾ ਕਰਾਉਣਾ ਪਵੇ। ਅਗਲੀ ਉਹਨਾਂ ਨੇ ਗੱਲ ਕਹੀ ਕਿ ਸਾਡੇ ਕੋਲ ਤਜਰਬਾ ਨਹੀਂ, ਅਸੀਂ ਗਰਾਊਂਡ ਰਿਐਲਿਟੀ ਤੋਂ ਟੁੱਟੇ ਹੋਏ ਲੋਕ। ਅਤੇ ਮੈਂ ਇਸ ਸੰਬੰਧ ਦੇ ਵਿੱਚ ਬੜੀ ਨਿਮਰਤਾ ਨਾਲ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀਆਂ 3 ਪੀੜ੍ਹੀਆਂ ਜਿਹੜੀਆਂ ਉਹ ਸਿੱਖਿਆ ਸੰਸਥਾਵਾਂ ਦੇ ਵਿੱਚ ਹੀ ਨੌਕਰੀ ਕਰ ਰਹੀਆਂ, ਤੁਹਾਡੇ ਸ਼ਬਦਾਂ ਦੇ ਵਿੱਚ ਸੇਵਾ ਕਰ ਰਹੀਆਂ। ਉਹਨਾਂ ਵਿੱਚੋਂ ਅੱਧੇ ਆ ਜਿਹੜੇ ਉਹ ਸਰਕਾਰੀ ਨੌਕਰੀਆਂ ਕਰਦੇ ਆ ਅਤੇ ਜਿਹੜੇ ਅੱਧੇ ਨੇ ਉਹ ਲਗਭਗ ਪ੍ਰਾਈਵੇਟ ਨੌਕਰੀਆਂ ਕਰਦੇ ਨੇ। ਬਹੁਤ ਸਾਰੇ ਮੇਰੇ ਜਿਹੜੇ ਕਲੀਗ ਨੇ, ਮੇਰੇ ਦੋਸਤ ਨੇ, ਮੇਰੇ ਵਿਦਿਆਰਥੀ ਨੇ, ਉਹ ਪ੍ਰਾਈਵੇਟ ਸੰਸਥਾਵਾਂ ਵੀ ਚਲਾ ਰਹੇ ਨੇ। ਮੈਂ ਨਾ ਤਾਂ ਕਿਸੇ 'ਤੇ ਨਿੱਜੀ ਪੱਧਰ 'ਤੇ ਕੋਈ ਇਲਜ਼ਾਮ ਲਾਉਣਾ ਚਾਹੁੰਦਾ ਸੀ, ਨਾ ਹੀ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਦਿਲ ਦਿਖਾਉਣਾ ਚਾਹੁੰਦਾ
ਪਰ ਮੈਂ ਆਪਣੇ ਸਵਾਲਾਂ ਦੇ ਉੱਪਰ ਉਸੇ ਤਰ੍ਹਾਂ ਹੀ ਕਾਇਮ ਤੇ ਉਹਨਾਂ ਗੱਲਾਂ ਨੂੰ ਇੱਕ ਵਾਰ ਤੁਹਾਡੇ ਸਨਮੁਖ ਫਿਰ ਪੇਸ਼ ਕਰਨਾ ਚਾਹੁੰਦਾ ਕਿ ਅਧਿਆਪਕਾਂ ਦੀ ਜੋ ਤਨਖਾਹ ਚਾਹੇ ਸਕੂਲ ਪੱਧਰ ਤੇ, ਚਾਹੇ ਕਾਲਜ ਪੱਧਰ ਤੇ, ਚਾਹੇ ਯੂਨੀਵਰਸਿਟੀ ਪੱਧਰ ਤੇ ਨਿਰਧਾਰਿਤ ਕੀਤੀ ਜਾਂਦੀ ਆ ਤਾਂ ਉਹ ਆਪਣੀ ਮਰਜ਼ੀ ਨਾਲ ਅਧਿਆਪਕ ਨਿਰਧਾਰਿਤ ਨਹੀਂ ਕਰਦੇ। ਉਸ ਲਈ ਸਰਕਾਰ ਦਾ ਇੱਕ ਵਿਸ਼ੇਸ਼ ਕਮਿਸ਼ਨ ਬੈਠਦਾ ਹੈ, ਤਨਖਾਹ ਕਮਿਸ਼ਨ। ਉਹ ਆਦਮੀ ਦੀ ਵਿਦਿਅਕ ਯੋਗਤਾ ਦੇਖ ਕੇ, ਵਿਦਿਅਕ ਯੋਗਤਾ ਪ੍ਰਾਪਤ ਕਰਨ ਲਈ ਲਾਇਆ ਗਿਆ ਸਮਾਂ ਦੇਖ ਕੇ, ਉਸ ਦਾ ਅਨੁਭਵ ਦੇਖ ਕੇ ਤੇ ਸਮਾਜ ਲਈ ਉਸ ਦੀ ਲੋੜ ਦੇਖ ਕੇ ਤੇ ਉਸ ਦੀ ਬਰਾਬਰ ਯੋਗਤਾ ਵਾਲੇ ਦੂਸਰੇ ਅਦਾਰਿਆਂ ਵਿੱਚ ਕੰਮ ਕਰਦੇ ਵਿਅਕਤੀਆਂ ਦੀ ਤੁਲਨਾ ਵਿੱਚ ਤੇ ਕਿਸੇ ਇੱਕ ਵਿਸ਼ੇਸ਼ ਕਿੱਤੇ ਦੇ ਲਈ ਜਿਸ ਕਿਸਮ ਦੇ ਜੀਵਨ ਪੱਧਰ ਦੀ ਜ਼ਰੂਰਤ ਹੁੰਦੀ ਆ ਉਸ ਨੂੰ ਵੇਖ ਕੇ ਉਹਦੀ ਤਨਖਾਹ ਨਿਰਧਾਰਿਤ ਕਰਦਾ ਹੈ ਤੇ ਉਹ ਤਨਖਾਹ ਉਸ ਨੂੰ ਪ੍ਰਾਪਤ ਹੁੰਦੀ ਆ ਤਾਂ ਉਹਦਾ ਹੱਕ ਆ। ਜੇ ਉਦੋਂ ਕੋਈ ਉਹਨੂੰ ਘੱਟ ਤਨਖਾਹ ਦਿੰਦਾ ਹੈ ਤਾਂ ਉਹ ਉਹਦਾ ਸ਼ੋਸ਼ਣ ਆ। ਇਸ ਬਾਰੇ ਇੱਕ ਮਿੱਤਰ ਨੇ ਕਿਹਾ ਕਿ ਉਹ ਸ਼ੋਸ਼ਣ ਨਹੀਂ ਕਰਦੀਆਂ, ਉਹ ਰੁਜ਼ਗਾਰ ਦਿੰਦੀਆਂ ਹੈਗੀਆਂ। ਭਾਈ ਬਿਲਕੁਲ ਰੁਜ਼ਗਾਰ ਦਿੰਦੀਆਂ, ਪਰ ਰੁਜ਼ਗਾਰ ਕਿਸ ਕੀਮਤ 'ਤੇ ਦਿੰਦੀਆਂ? ਜੇ ਮਤਲਬ ਕਿ ਤੁਸੀਂ ਡੀਸੀ ਰੇਟਾਂ ਤੋਂ ਵੀ ਘੱਟ, ਜਿਹੜਾ ਮਜ਼ਦੂਰ ਦੀ ਡੀਸੀ ਰੇਟ ਹੈਗੀ ਆ ਉਸ ਤਨਖਾਹ ਤੋਂ ਵੀ ਘੱਟ ਤਨਖਾਹ ਦਿੰਦੇ ਆ ਤਾਂ ਫਿਰ ਉਹ ਰੁਜ਼ਗਾਰ ਨਹੀਂ, ਰੁਜ਼ਗਾਰ ਦੇ ਨਾਲ ਨਾਲ ਉਹ ਸ਼ੋਸ਼ਣ ਵੀ ਆ। ਕੇਵਲ ਰੁਜ਼ਗਾਰ ਨਹੀਂ ਦਿੰਦੇ, ਤੁਸੀਂ ਸ਼ੋਸ਼ਣ ਵੀ ਕਰਦੇ ਆ, ਮਜਬੂਰੀ ਦਾ ਫਾਇਦਾ ਉਠਾਉਣੇ। ਦੂਜੀ ਜਿਹੜੀ ਗੱਲ ਆਖੀ ਗਈ ਉਹ ਇਹ ਗੱਲ ਆਖੀ ਗਈ ਕਿ ਇਹ ਸੰਸਥਾਵਾਂ ਜੇ ਚੰਗੀ ਸਿੱਖਿਆ ਨਾ ਦੇ ਸਕਣਗੀਆਂ ਤਾਂ ਆਪੇ ਹੀ ਇੱਕ ਦਿਨ ਖਤਮ ਹੋ ਜਾਣਗੀਆਂ, ਬਿਨਾਂ ਸ਼ੱਕ ਖਤਮ ਹੋ ਜਾਣਗੀਆਂ। ਪਰ ਇਹ ਜਿਹੜੀਆਂ ਖਤਮ ਜਦੋਂ ਤੱਕ ਹੋਣਗੀਆਂ ਓਨੀ ਦੇਰ ਤੱਕ ਇਹ ਕਿੰਨੀਆਂ ਪੀੜ੍ਹੀਆਂ ਦਾ ਨੁਕਸਾਨ ਕਰ ਦੇਣਗੀਆਂ। ਵਿਦਿਆਰਥੀਆਂ ਨੇ ਡਿਗਰੀਆਂ ਲੈ ਲਈਆਂ, ਡਿਪਲੋਮੇ ਲੈ ਲਏ, ਪਰ ਉਹਨਾਂ ਕੋਲ ਗਿਆਨ ਨਹੀਂ, ਤਾਂ ਇਸ ਲਈ ਜ਼ਿੰਮੇਵਾਰ ਫਿਰ ਕੌਣ? ਇਹ ਸੰਸਥਾਵਾਂ ਝੂਠੀ ਐਡਵਰਟਾਈਜ਼ਮੈਂਟ ਕਰਕੇ ਕਿਸੇ ਕੋਰਸ ਦੀ ਹਾਈਪ ਬਣਾ ਕੇ ਵਿਦਿਆਰਥੀ ਦਾਖਲ ਕਰ ਲੈਂਦੇ ਨੇ। ਉਹ ਵਿਦਿਆਰਥੀ ਜਦ ਫਿਰ ਡਿਗਰੀ ਪ੍ਰਾਪਤ ਕਰਕੇ ਬਾਹਰ ਨਿਕਲਦੇ ਆ ਤੇ ਠੱਗੇ ਮਹਿਸੂਸ ਕਰਦੇ। ਅਗਲੀ ਜਿਹੜੀ ਉਹਨਾਂ ਨੇ ਗੱਲ ਕਹੀ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜੇ ਨੈਕ ਦੇ ਸਕੋਰ ਨੇ ਉਹ ਐਵੇਂ ਨਹੀਂ ਆਉਂਦੇ। ਦੇਖੋ ਇਹ ਗੱਲ, ਨੈਕ ਦੇ ਸਕੋਰ ਐਵੇਂ ਨਹੀਂ ਆਉਂਦੇ ਜਾਂ ਗ੍ਰੇਡਿੰਗ ਐਵੇਂ ਨਹੀਂ ਆਉਂਦੀ। ਇਹ ਗ੍ਰੇਡਿੰਗ ਕਿਵੇਂ ਲਈ ਜਾਂਦੀ ਆ ਕਿ ਮੈਂ ਇਸ ਬਾਰੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਵਿਸ਼ੇਸ਼ ਅਦਾਰੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦਾ, ਪਰ ਕਿਸ ਤਰ੍ਹਾਂ ਇੰਸਪੈਕਸ਼ਨ ਕਮੇਟੀਆਂ ਦੇ ਆਉਣ ਤੋਂ ਪਹਿਲਾਂ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕਮਰਿਆਂ ਦੀਆਂ ਨੇਮ ਪਲੇਟਾਂ ਬਦਲੀਆਂ ਜਾਂਦੀਆਂ, ਜਿਸ ਤਰ੍ਹਾਂ ਕਾਗਜ਼ਾਂ ਦਾ ਢਿੱਡ ਭਰਿਆ ਜਾਂਦਾ ਹੈ, ਉਹ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ ਆ। ਇਸ ਕਰਕੇ ਇਸ ਸੰਬੰਧੀ ਅਜਿਹੇ ਦਾਅਵੇ ਨਾ ਕੀਤੇ ਜਾਣ। ਅਗਲੀ ਜਿਹੜੀ ਗੱਲ ਮੈਂ ਬੜੇ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਕਿ ਇੱਕ ਕਾਲਜ ਨੇ 21,600 ਦੇ ਉੱਪਰ ਕੰਮ ਕਰਦੇ ਆ ਅਧਿਆਪਕਾਂ ਨੂੰ ਅਚਾਨਕ ਹੀ ਕਹਿ ਦਿੱਤਾ ਕਿ ਕੱਲ੍ਹ ਤੋਂ ਤੁਹਾਡੀ ਤਨਖਾਹ 10,000 ਹੋਊਗੀ, ਕਿਉਂਕਿ ਬਹੁਤੇ ਵਿਦਿਆਰਥੀ ਨਹੀਂ ਆ ਰਹੇ। ਕੱਲ੍ਹ ਤੋਂ ਤੁਹਾਡੀ ਤਨਖਾਹ 10,000 ਹੋਊਗੀ। 21,600 ਆ ਜਿਹੜਾ ਉਹ ਬੇਸਿਕ ਆ, ਉਹਦੇ ਉੱਤੇ ਕੋਈ ਟੀਏ ਨਹੀਂ, ਉਹਦੇ 'ਤੇ ਕੋਈ ਡੀਏ ਨਹੀਂ, ਉਹਦੇ 'ਤੇ ਕੋਈ ਮੈਡੀਕਲ ਭੱਤਾ ਨਹੀਂ ਆ, ਉਹਦੇ ਉੱਪਰ ਮਕਾਨ ਭੱਤਾ ਵੀ ਨਹੀਂ ਆ। ਉਹ ਕੇਵਲ ਬੇਸਿਕ ਆ, ਉਹ ਬੇਸਿਕ ਦੇ ਰਹੇ ਸੀ। ਪਰ ਬੇਸਿਕ ਨੂੰ ਉਹ ਕਹਿ ਰਹੇ ਸੀ ਕਿ ਅਸੀਂ ਪੂਰੀ ਤਨਖਾਹ ਦੇ ਰਹੇ ਹਾਂ, ਅਤੇ ਹੁਣ ਇਹ ਅੱਧੀ ਤਨਖਾਹ ਕਰ ਰਹੇ। ਕਿਸ ਆਧਾਰ 'ਤੇ ਅੱਧੀ ਤਨਖਾਹ ਕਰ ਰਹੇ? ਇਹ ਇੱਕ ਉਦਾਹਰਨ। ਕੀ ਇਹ ਸ਼ੋਸ਼ਣ ਨਹੀਂ ਆ? ਦੂਜੀ ਉਦਾਹਰਨ ਕਿ ਇੱਕ ਕਾਲਜ ਵਾਲੇ ਕਹਿੰਦੇ ਕਿ ਦੇਖੋ ਅਸੀਂ ਤੁਹਾਡੇ 'ਤੇ ਬੜੀ ਮਿਹਰਬਾਨੀ ਕੀਤੀ, ਤੁਹਾਨੂੰ ਰੱਖਿਆ, ਹੁਣ ਕਿਉਂਕਿ ਸਮੈਸਟਰ ਆਫ ਹੋ ਜਾਣਾ, ਇਸ ਕਰਕੇ ਤੁਹਾਨੂੰ 2 ਮਹੀਨਿਆਂ ਦੀਆਂ ਬਿਨ ਤਨਖਾਹੋਂ ਛੁੱਟੀਆਂ, ਭਾਵ 2 ਮਹੀਨੇ ਇੱਕ ਸਮੈਸਟਰ ਬਾਅਦ, 2 ਮਹੀਨੇ ਇੱਕ ਸਮੈਸਟਰ ਬਾਅਦ ਤੁਸੀਂ ਘਰ ਰਹੋਗੇ। ਹਾਂ, ਜੇ ਕਾਲਜ ਨੂੰ ਕਦੇ ਕੰਮ ਹੋਇਆ ਤਾਂ ਅਸੀਂ ਤੁਹਾਨੂੰ ਸੱਦ ਲਵਾਂਗੇ,
ਉਹਦੇ ਵੱਟੇ ਜੋ ਯੂਨੀਵਰਸਿਟੀ ਦੇ ਨਿਯਮ ਨੇ ਉਹਦੇ ਅਨੁਸਾਰ ਪੇਪਰਾਂ ਦੀ ਡਿਊਟੀ ਤੇ ਜਾਂ ਪੇਪਰ ਮਾਰਕ ਕਰਵਾਉਣ ਦੇ ਪੈਸੇ ਦੇ ਦੇਵਾਂਗੇ ਜਦੋਂ ਉਹ ਪੈਸੇ ਆ ਗਏ। ਇੱਕ ਜਿਹੜਾ ਅਧਿਆਪਕ ਆ ਉਹ 8 ਮਹੀਨੇ ਪੜ੍ਹਾਵੇ ਤੇ ਬਾਕੀ ਜਿਹੜਾ 4 ਮਹੀਨੇ ਆ ਉਹ ਕਿਹੜਾ ਕੰਮ ਕਰੇ? ਇਹ ਅਧਿਆਪਨ ਦਾ ਜਿਹੜਾ ਕਿੱਤਾ ਹੈਗਾ ਇਹ ਇਸ ਤਰ੍ਹਾਂ ਦਾ ਕਿੱਤਾ ਨਹੀਂ ਕਿ ਜੇ ਤੁਸੀਂ ਇੱਕ 4 ਮਹੀਨੇ ਤੁਸੀਂ ਫਲਾਂ ਦੀ ਰੇਹੜੀ ਲਾ ਲਈ, 4 ਮਹੀਨੇ ਤੁਸੀਂ ਕੋਈ ਸਬਜ਼ੀਆਂ ਦੀ ਰੇਹੜੀ ਲਾ ਲਈ, 4 ਮਹੀਨੇ ਤੁਸੀਂ ਜੂਸ ਵੇਚ ਲਿਆ, 4 ਮਹੀਨੇ ਤੁਸੀਂ ਕੁਲਫੀਆਂ ਵੇਚ ਲਈਆਂ। ਇਹ ਅਜਿਹਾ ਧੰਦਾ ਨਹੀਂ ਆ। ਇਹ ਮੈਂ ਗੱਲ ਆਖੀ ਤਾਂ ਇਹਦੇ ਵਿੱਚ ਕੀ ਇਹ ਸ਼ੋਸ਼ਣ ਨਹੀਂ ਹੈ? ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਕਾਲਜ ਨੇ ਉਹ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਜਾਂ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਉਹ ਚਲਾਉਂਦੀਆਂ। ਮੈਨੂੰ ਉਹਨਾਂ ਉੱਤੇ ਕੋਈ ਗਿਲਾ ਨਹੀਂ ਕਿ ਜਿਹੜੀਆਂ ਸਮਾਜ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਵਿਅਕਤੀਆਂ ਨੇ ਆਪਣੇ ਉਦਮ ਨਾਲ ਸਾਂਝਾ ਕੀਤਾ। ਪਰ ਜਿੱਥੇ ਇੱਕੋ ਹੀ ਵਿਅਕਤੀ ਮਾਲਕ ਆ ਤੇ ਉਹ ਮਾਲਕ ਫਿਰ ਇਹ ਕਹੇ ਕਿ ਮੈਂ ਮੁਨਾਫੇ ਲਈ ਇਹ ਕਾਲਜ ਨਹੀਂ ਚਲਾ ਰਿਹਾ, ਤੇ ਮੁਨਾਫਾ ਕਿਵੇਂ ਆ ਸਕਦਾ? ਵੱਧ ਤੋਂ ਵੱਧ ਫੀਸਾਂ ਲਓ, ਘੱਟ ਤੋਂ ਘੱਟ ਖਰਚ ਕਰੋ, ਭਾਵ ਅਧਿਆਪਕਾਂ ਨੂੰ ਘੱਟ ਤੋਂ ਘੱਟ ਤਨਖਾਹ ਦਿਓ। ਇਸ ਬਾਰੇ ਮੇਰਾ ਗਿਲਾ ਬਹੁਤਾ ਪ੍ਰਾਈਵੇਟ ਪਲੇਅਰਸ ਉੱਪਰ ਨਹੀਂ ਆ, ਪਰ ਇਹ ਗੱਲ ਉਹ ਮਨ 'ਚੋਂ ਕੱਢ ਦੇਣ ਕਿ ਉਹ ਕੋਈ ਸਮਾਜ ਸੇਵਾ ਲਈ ਇਸ ਖੇਤਰ ਵਿੱਚ ਨਹੀਂ ਆਏ, ਉਹ ਮੁਨਾਫਾ ਕਮਾਉਣ ਲਈ ਆਏ ਆ। ਇਸ ਲਈ ਮੁੱਖ ਜ਼ਿੰਮੇਵਾਰ ਆ ਜਿਹੜੀ ਉਹ ਸਰਕਾਰ ਆ, ਤੇ ਮੈਂ ਸਰਕਾਰ ਨਾਲ ਹੀ ਸੰਵਾਦ ਰਚਾਇਆ ਸੀ। ਪਰ ਤੁਸੀਂ ਆਪਣੇ ਹਿੱਤਾਂ ਦੇ ਕੋਈ ਉਲਟ ਜਾਣ ਕੇ ਕਮੈਂਟ ਕੀਤੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਪਰ ਇਹ ਸੰਵਾਦ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਫੈਲੇਗਾ, ਜਾਵੇਗਾ ਤੇ ਜਾਣਾ ਚਾਹੀਦਾ ਹੈ। ਇਸੇ ਵਿੱਚ ਹੀ ਸਾਡੀ ਤੁਹਾਡੀ ਸਾਰਿਆਂ ਦੀ ਭਲਾਈ ਆ। ਮਿਹਰਬਾਨੀ, ਸ਼ੁਕਰੀਆ, ਧੰਨਵਾਦ।